ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਦਰਗਾਹੀ ਹੁਕਮ ਕੀ ਹੁੰਦਾ ਹੈ, ਇਸ ਦੀ ਇੱਕ ਤਿਲ ਮਾਤਰ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਵੈਸੇ ਤਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਸੰਤ ਮਹਾਂਪੁਰਖ ਹੁੰਦੇ ਆ ਭਜਨ ਬੰਦਗੀ ਵਿੱਚ ਪੂਰੇ ਹੁੰਦੇ ਆ, ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਹੋਏ ਮਸਤੂਆਣੇ, ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ, ਇਸ ਤਰ੍ਹਾਂ ਜਿਹੜੇ ਅਨੇਕਾਂ ਸਾਧੂ ਹੋਏ ਆ, ਉਹ ਜਦ ਕੋਈ ਵੀ ਜਿਹੜਾ ਉਹਨਾਂ ਨੇ ਜਿਹੜੇ ਕਾਰਜ ਇਸ ਦੁਨੀਆ ਦੇ ਵਿੱਚ ਕੀਤੇ ਆ ਜਾਂ ਸੰਗਤ ਦੀ ਬਿਹਤਰੀ ਲਈ ਕੀਤੇ ਆ, ਅਤੇ ਉਹਨਾਂ ਦੀ ਰਸਨਾ ਤੋਂ ਆਮ ਤੌਰ 'ਤੇ ਸੁਣਿਆ ਜਾਂਦਾ ਹੈਗਾ ਕਿ ਇਹ ਰੱਬੀ ਹੁਕਮ ਹੈ। ਪਰ ਇੱਕ ਹੁਕਮ ਉਹ ਹੁੰਦਾ ਹੈਗਾ ਜਿਹੜੇ ਆਮ ਸਧਾਰਨ ਪ੍ਰਾਣੀ ਜਦੋਂ ਸਰੀਰ ਛੱਡ ਕੇ ਜਿਹੜੀਆਂ ਉਹਨਾਂ ਦੀਆਂ ਆਤਮਾ ਜਿਹੜੀਆਂ ਹਨ ਉਹ ਬਕੁੰਠ ਧਾਮ ਜਾਂਦੀਆਂ, ਅਤੇ ਉੱਥੇ ਉਹਨਾਂ ਨੂੰ ਜੋ ਹੁਕਮ ਹੁੰਦਾ ਹੈ ਨਾ, ਫਿਰ ਉਹ ਹੁਕਮ ਦੀ ਕਾਰ ਕਰਨ ਵਾਸਤੇ ਫਿਰ ਦੁਬਾਰਾ ਫਿਰ ਸੰਸਾਰ ਦੇ ਵਿੱਚ ਹੋ ਜਾਂਦੀਆਂ। ਭਾਵ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਮੁੜ ਕੇ ਫਿਰ ਉਹਨਾਂ ਨੂੰ ਉਸੇ ਸਰੀਰ ਦੇ ਵਿੱਚ ਦੁਬਾਰਾ ਆਉਣਾ ਪੈਂਦਾ ਹੈ। ਅਤੇ ਸਧਾਰਨ ਬੋਲੀ ਵਿੱਚ ਆਪਾਂ ਕਹਿੰਦੇ ਹਾਂ ਕਿ ਜਿਹੜੇ ਇਨਸਾਨ ਮਰ ਕੇ ਜਿਉਂਦਾ ਹੋਏ ਆ, ਉਹਨਾਂ ਨੇ ਆਪਣੀ ਜਿਹੜੀਆਂ ਹੱਡ ਬੀਤੀਆਂ ਅਤੇ ਉਹ ਜਿਹੜੀਆਂ ਹੈਗੀਆਂ ਫਿਰ ਬਾਅਦ ਦੇ ਵਿੱਚ ਆਪਣੇ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ। ਸੋ ਜੋ ਹੁਕਮ ਉਹਨਾਂ ਨੂੰ ਉਸ ਦਰਗਾਹ ਦੇ ਵਿੱਚ ਹੁੰਦਾ ਹੈਗਾ, ਉਹਨਾਂ ਨੇ ਆ ਕੇ ਫਿਰ ਉਸ ਹੁਕਮ ਦੀ ਪਾਲਣਾ ਕੀਤੀ ਇਸ ਸੰਸਾਰ ਦੇ ਵਿੱਚ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਦਾਸ ਨੇ ਬਹੁਤ ਪਹਿਲਾਂ ਜਾਣੀ ਇੱਕ ਮਹਾਰਾਸ਼ਟਰ ਦੀ ਬੀਬੀ ਜਿਹਦਾ ਨਾਂ ਧੰਨੋ ਦੇਵੀ ਸੀਗੀ, ਉਸ ਦੀ ਜਾਣੀ ਕਿ ਇੱਕ ਦੋ ਵੀਡੀਓ ਜਿਹੜੀ ਅਸੀਂ ਉਹ ਆਪਦੇ ਨਾਲ ਸਾਂਝਾ ਕੀਤੀਆਂ ਸੀਗੀਆਂ ਕਿ ਕਿਵੇਂ ਉਹਨੂੰ ਜਾਣੀ ਕਿ ਮੂਲ ਮੰਤਰ ਦੇ ਸਿਮਰਨ ਅਭਿਆਸ ਦੇ ਵਿੱਚ ਇੰਨਾ ਵਾਹਿਗੁਰੂ ਜੀ ਦੇ ਨਾਲ ਗੂੜਾ ਪਿਆਰ ਹੋ ਗਿਆ ਸੀਗਾ ਕਿ ਉਹਦੀ ਜਿਹੜੀ ਸੀਗੀ ਉਹ ਚੜ੍ਹਾਈ ਜਿਹੜੀ ਸੀ ਉਹ ਦਿਨਾਂ ਦੇ ਵਿੱਚ ਹੀ ਹੋ ਗਈ ਸੀ। ਅਤੇ ਉਹ ਬੀਬੀ ਜਿਹੜੀ ਸੀ ਉਹ ਕੀਰਤਨ ਸਰਵਣ ਕਰਨ ਦਾ ਜਾਣੀ ਉਹਦੇ ਅੰਦਰ ਬਹੁਤ ਜ਼ਿਆਦਾ ਚਾਅ ਅਤੇ ਉਮੰਗ ਰਹਿੰਦੀ ਸੀਗੀ। ਪਰ ਸਮਾਂ ਪਾ ਕੇ ਜਦੋਂ ਉਹ ਬੀਬੀ ਜਿਹੜੀ ਸੀਗੀ ਉਹ ਸੱਚਖੰਡ ਗਈ ਆ, ਅਤੇ ਕਿਉਂਕਿ ਉਹ ਹਿੰਦੂ ਧਰਮ ਦੀ ਸੀਗੀ, ਇਸ ਕਰਕੇ ਉਸ ਬੀਬੀ ਨੂੰ ਸਭ ਤੋਂ ਵੱਡਾ ਧਾਮ ਜਿਹੜਾ ਵਿਸ਼ਨੂੰ ਧਾਮ ਉੱਥੇ ਜਿਹੜੇ ਹੈਗੇ ਆ ਵਿਸ਼ਨੂੰ ਦੇ ਜਿਹੜੇ ਗਣ ਹੈਗੇ ਆ, ਦੇਵਤੇ ਹੈਗੇ ਆ, ਉਸ ਵਿਸ਼ਨੂੰ ਧਾਮ ਵਿੱਚ ਲੈ ਕੇ ਗਏ। ਪਰ ਜਦੋਂ ਬੀਬੀ ਵਿਸ਼ਨੂੰ ਧਾਮ ਦੇ ਵਿੱਚ ਗਈ ਸੀਗੀ ਅਤੇ ਉਸ ਨੇ ਉਹ ਵਿਸ਼ਨੂੰ ਧਾਮ ਦੇਖਿਆ, ਪਰ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਸ ਬੰਦੇ ਨੂੰ ਅੰਮ੍ਰਿਤ ਦੀ ਪਿਆਸ ਆ, ਉਹਦੇ ਮੂਹਰੇ ਚਾਹੇ ਸਮੁੰਦਰ ਵੀ ਲਿਆ ਦਿਓ, ਉਹਨੂੰ ਸਮੁੰਦਰ ਦਾ ਪਾਣੀ ਚੰਗਾ ਨਹੀਂ ਲੱਗਦਾ, ਉਹ ਤਾਂ ਸਿਰਫ ਅੰਮ੍ਰਿਤ ਲੱਭਦਾ ਹੈ। ਪਰ ਉਸ ਬੀਬੀ ਨੇ ਆਖਿਆ ਸੀਗਾ, ਉੱਥੇ ਜਿਹੜੇ ਵਿਸ਼ਨੂੰ ਦੇ ਗਣ ਸੀਗੇ, ਦੇਵਤੇ ਸੀ, ਉਹਨਾਂ ਨੂੰ ਕਿਹਾ ਸੀਗਾ ਕਿ ਮੈਨੂੰ ਉਸ ਜਗ੍ਹਾ ਲੈ ਕੇ ਜਾਓ ਜਿੱਥੇ ਕੀਰਤਨ ਹੁੰਦਾ ਹੈਗਾ। ਜਦ ਕਹਿੰਦੇ ਉਹਨੇ ਕੀਰਤਨ ਦੀ ਗੱਲ ਕੀਤੀ ਤਾਂ ਫਿਰ ਉਹ ਜਿਹੜੇ ਗਣ ਸੀ ਸੋਚੀ ਪੈ ਗਏ, ਕਹਿਣ ਲੱਗੇ ਕਿ ਅਸੀਂ ਉਸ ਜਗ੍ਹਾ ਤੈਨੂੰ ਭੇਜ ਤਾਂ ਸਕਦੇ ਹਾਂ ਪਰ ਅਸੀਂ ਖੁਦ ਨਹੀਂ ਜਾ ਸਕਦੇ। ਫਿਰ ਦੇਖੋ ਉਹ ਜਿਹੜੇ ਗਣ ਸੀਗੇ ਬੀਬੀ ਨੂੰ ਉਸ ਬਕੁੰਠ ਧਾਮ ਦੇ ਵਿੱਚ ਲੈ ਗਏ ਜਿੱਥੇ ਸ਼ਹੀਦ ਸਿੰਘਾਂ ਦੇ ਜਿਹੜੇ ਆ ਆਮ ਤੌਰ 'ਤੇ ਵਾਸੇ ਹੁੰਦੇ ਆ। ਪਰ ਜਦ ਬੀਬੀ ਗਈ ਸੀ ਉਹਨੇ ਦੱਸਿਆ ਸੀਗਾ ਕਿ ਉੱਥੇ ਬੜਾ ਮਧੁਰ ਕੀਰਤਨ ਚੱਲ ਰਿਹਾ ਸੀਗਾ, ਇੰਨਾ ਸੁੰਦਰ ਕੀਰਤਨ ਸੀਗਾ, ਅਤੇ ਕਹਿੰਦੀ ਮੈਂ ਉਸ ਕੀਰਤਨ ਦੇ ਆਨੰਦ ਦੇ ਵਿੱਚ ਇੰਨੀ ਮਗਨ ਹੋ ਗਈ ਸੀ ਕਿ ਆਪਣਾ ਭੁੱਲ ਗਈ ਸੀਗੀ। ਪਰ ਉਸੇ ਛਿਣ ਦੇ ਵਿੱਚ ਹੀ ਕਹਿੰਦੀ ਵੀ ਦੋ ਜਿਹੜੇ ਸਿੰਘ ਸੀਗੇ ਬੜੇ ਉੱਚੇ ਲੰਮੇ ਜਵਾਨ ਸੀਗੇ, ਕਹਿੰਦੀ ਮੇਰੇ ਪਾਸ ਆਏ ਤਾਂ ਕਿ ਕਹਿੰਦੇ ਮੈਨੂੰ ਕਹਿਣ ਲੱਗੇ ਕਿ ਬੀਬਾ ਤੂੰ ਇਸ ਸਥਾਨ 'ਤੇ ਕਿਵੇਂ ਪਹੁੰਚ ਗਈ ਆ। ਪਰ ਕਹਿੰਦੀ ਮੈਂ ਉਹਨਾਂ ਨੇ ਕਿਹਾ ਹੈਗਾ ਕਿ ਮੈਨੂੰ ਜਿਹੜੇ ਸੀਗੇ ਉਹ ਗਾਣਾ ਵਿਸ਼ਨੂੰ ਧਾਮ ਲੈ ਕੇ ਗਏ ਸੀਗੇ, ਪਰ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਜਿੱਥੇ ਕੀਰਤਨ ਹੁੰਦਾ। ਉੱਥੇ ਕੀਰਤਨ ਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ। ਵਿਸ਼ਨੂੰ ਧਾਮ ਤਾਂ ਮੈਨੂੰ ਬਿਲਕੁਲ ਸੁੰਨਾ ਲੱਗਾ ਹੈਗਾ, ਇਸ ਕਰਕੇ ਮੈਂ ਜਿਸ ਚੀਜ਼ ਦੀ ਤਲਾਸ਼ 'ਚ ਸੀਗੀ ਉਹ ਚੀਜ਼ ਜਿਹੜੀ ਹੈਗਾ ਮੈਨੂੰ ਇੱਥੇ ਪ੍ਰਾਪਤ ਹੋ ਗਈ ਆ। ਪਰ ਫਿਰ ਉਹਨਾਂ ਨੇ ਆਖਿਆ ਸੀਗਾ ਕਿ ਅਗਰ ਤੂੰ ਇਸ ਜਗ੍ਹਾ ਰਹਿਣਾ ਹੈਗਾ ਅਤੇ ਫਿਰ ਜਿਹੜਾ ਤੈਨੂੰ ਜੋ ਇਸ ਅਸਥਾਨ ਦੀ ਮਰਜ਼ਾਦਾ ਹੈਗੀ ਆ, ਜੋ ਧਾਰਮਿਕ ਮਰਜ਼ਾਦਾ ਹੈਗੀ ਆ, ਉਹਦੀ ਪਾਲਣਾ ਕਰਨੀ ਪਊਗੀ। ਫਿਰ ਦੇਖੋ ਉਹੀ ਸਿੰਘ ਜਿਹੜੇ ਸੀਗੇ ਉਹ ਧੰਨੋ ਦੇਵੀ ਦੱਸਦੀ ਸੀ ਕਿ ਮੈਨੂੰ ਅੰਦਰ ਲੈ ਗਿਆ। ਜਦ ਅੰਦਰ ਗਏ ਤਾਂ ਅੰਦਰ ਕਹਿੰਦੀ ਉੱਥੇ ਬੜਾ ਭਾਰੀ ਪ੍ਰਕਾਸ਼ ਸੀਗਾ, ਉਸ ਪ੍ਰਕਾਸ਼ ਦੇ ਅੱਗੇ ਕਹਿੰਦੇ ਮੈਨੂੰ ਖੜਾ ਕਰ ਦਿੱਤਾ, ਅਤੇ ਉਸ ਪ੍ਰਕਾਸ਼ ਦੇ ਵਿੱਚੋਂ ਆਵਾਜ਼ ਆਈ ਹੈ ਕਿ ਇਸ ਬੀਬੀ ਨੇ ਚਾਹੇ ਮੂਲ ਮੰਤਰ ਦਾ ਪਾਠ ਜਿਹੜਾ ਬਹੁਤ ਜ਼ਿਆਦਾ ਕੀਤਾ ਹੈਗਾ, ਅਤੇ ਇਹਨੂੰ ਜਿਹੜੀ ਸੀ ਵਾਹਿਗੁਰੂ ਦੇ ਅੰਦਰ ਚੱਲ ਰਹੀ ਬ੍ਰਹਿਮੰਡ ਦੀਆਂ ਧੁਨਾਂ ਜਿਹੜੀਆਂ ਨਾਮ ਦੀਆਂ ਸੀ ਉਹ ਵੀ ਸੁਣਾਈ ਦੇਣ ਲੱਗ ਪਈਆਂ। ਪਰ ਇਸ ਬੀਬੀ ਨੇ ਅੰਮ੍ਰਿਤ ਨਹੀਂ ਛਕਿਆ ਕਿਉਂਕਿ ਇਹ ਨਿਗੂਰੀ ਹੈ, ਇਸ ਕਰਕੇ ਇਹ ਇਸ ਸਥਾਨ ਦੀ ਭਾਗੀ ਨਹੀਂ ਹੋ ਸਕਦੀ। ਪਰ ਉਹ ਜਦ ਬੀਬੀ ਨੇ ਥੋੜ੍ਹਾ ਤਰਲੇ ਮਿੰਤ ਜਾਂ ਜਿੱਦ ਕੀਤੀ ਕਿ ਮੈਂ ਹੋਰ ਕਿਸੇ ਸਥਾਨ 'ਤੇ ਨਹੀਂ ਜਾਣਾ, ਮੈਨੂੰ ਇੱਥੇ ਆਪਣੇ ਚਰਨਾਂ 'ਚ ਰੱਖੋ, ਫਿਰ ਉੱਥੇ ਆਖਿਆ ਸੀਗਾ ਕਿ ਠੀਕ ਹੈ ਅਸੀਂ ਤੈਨੂੰ 2 ਸਾਲ ਅਧਾਰੇ ਦਿੰਦੇ ਹਾਂ, 2 ਸਾਲ ਜਾ ਕੇ ਤੂੰ ਉੱਥੇ ਮੁੜ ਕੇ ਸਰੀਰ ਦੇ ਵਿੱਚ ਫਿਰ ਦੁਬਾਰਾ ਜਿਹੜਾ ਤੂੰ ਅੰਮ੍ਰਿਤ ਛਕ, ਅਤੇ ਫਿਰ 2 ਸਾਲ ਤੋਂ ਬਾਅਦ ਤੈਨੂੰ ਅਸੀਂ ਵਾਪਸ ਜਿਹੜਾ ਇਸ ਗੁਰਧਾਮ ਦੇ ਵਿੱਚ ਬੁਲਾਵਾਂਗੇ। ਦੇਖੋ ਫਿਰ ਬੀਬੀ ਦੀ ਰੂਹ ਦੁਬਾਰਾ ਫਿਰ ਸਰੀਰ 'ਚ ਆਈ ਸੀਗੀ, ਅਤੇ ਜਦੋਂ ਇੱਥੋਂ ਸਿੰਘ ਜਿਹੜੇ ਸੀਗੇ ਦੁਬਾਰਾ ਫਿਰ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦਾ ਜਿਹੜਾ ਸਥਾਨ ਬਣਿਆ ਹੈਗਾ ਉੱਥੇ ਜਦ ਗਏ ਸੀ ਤਾਂ ਉਹਨਾਂ ਨੇ ਧੰਨੋ ਬੀਬੀ ਬਾਰੇ ਜਦ ਉੱਥੇ ਦੀ ਕਮੇਟੀ ਨੂੰ ਪੁੱਛਿਆ ਸੀਗਾ ਕਿ ਉਹ ਬੀਬੀ ਜਿਹੜੀ ਹੈਗੀ ਆ
ਉਹ ਸਾਨੂੰ ਦਿਖਾਈ ਨਹੀਂ ਦਿੰਦੀ। ਪਰ ਜਦੋਂ ਉਸ ਬੀਬੀ ਕੋਲ ਮਿਲੇ ਸੀ, ਉਸ ਬੀਬੀ ਨੇ ਸਾਰੀ ਘਟਨਾ ਜਿਹੜੀ ਸੀ ਉਹ ਕੀਰਤ ਨਾਲ ਜਿਹੜੇ ਸਿੰਘ ਸੀ ਉਹਨਾਂ ਦੇ ਨਾਲ ਸਾਂਝੀ ਕੀਤੀ ਸੀਗੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਿਵੇਂ ਉਹ ਬੀਬੀ ਜਿਹੜੀ ਸੀ ਉਹ ਮਰ ਕੇ ਉਸ ਗੁਰਧਾਮ ਗਈ, ਵਿਸ਼ਨੂੰ ਧਾਮ ਗਈ, ਪਰ ਵਿਸ਼ਨੂੰ ਧਾਮ ਤੋਂ ਫਿਰ ਬੈਕੁੰਠ ਧਾਮ ਗਈ, ਪਰ ਉੱਥੇ ਅੰਮ੍ਰਿਤ ਨਾ ਛਕਣ ਹੋਣ ਕਰਕੇ ਵਾਪਸ ਆਈ। ਇੱਥੇ ਆ ਕੇ ਜਦੋਂ ਉਹ ਮਰ ਕੇ ਦੁਬਾਰਾ ਫਿਰ ਜਿੰਦੀ ਹੋਈ ਸੀ ਅਤੇ ਉਸ ਤੋਂ ਬਾਅਦ ਫਿਰ ਉਹਨੇ ਇੱਕੋ ਗੱਲ ਪਹਿਲਾਂ ਕਹੀ ਸੀ ਕਿ ਪਹਿਲਾਂ ਮੈਨੂੰ ਅੰਮ੍ਰਿਤ ਛਕਾਵੋ, ਬਾਕੀ ਗੱਲ ਮੈਂ ਆਪ ਦੇ ਨਾਲ ਸਾਰੀ ਬਾਅਦ 'ਚ ਸਾਂਝੀ ਕਰੂੰਗੀ। ਫਿਰ ਉਸ ਬੀਬੀ ਨੇ ਆਖਿਆ ਸੀਗਾ ਕਿ ਹੁਣ ਮੇਰੇ ਜਾਣੀ ਕਿ ਮੈਨੂੰ 2 ਸਾਲ ਅਧਾਰੇ ਮਿਲੇ ਆ, ਮੈਂ ਇਸ 2 ਸਾਲਾਂ ਦੇ ਅਧਾਰੇ ਦੇ ਵਿੱਚ ਜਿਹੜਾ ਹੈਗਾ ਉਹ ਡਟ ਕੇ ਮੂਲ ਮੰਤਰ ਦਾ ਪਾਠ ਦਾ ਜਿਹੜਾ ਸਿਮਰਨ ਸਾਧਨਾ ਕਰੂੰਗੀ ਅਤੇ ਫਿਰ ਮੈਂ ਦੁਬਾਰਾ ਫਿਰ ਉਸੇ ਬੈਕੁੰਠ ਧਾਮ 'ਚ ਜਾਊਂਗੀ। ਸੋ ਇਹ ਹੈ ਰੱਬੀ ਹੁਕਮ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਣ ਦਾ ਜਿਹੜਾ ਹੁਕਮ ਹੈਗਾ ਉਹ ਵਾਹਿਗੁਰੂ ਵੱਲੋਂ ਜਿਹੜਾ ਹੈਗਾ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਸਦਕਾ ਜਿਹੜਾ ਸੀ ਉਹ ਪ੍ਰਾਪਤ ਹੋਇਆ ਹੈਗਾ। ਇਸ ਨੂੰ ਅਸੀਂ ਦਰਗਾਹੀ ਹੁਕਮ ਵੀ ਆਖ ਦਿੰਦੇ ਹਾਂ। ਇਸ ਤਰ੍ਹਾਂ ਦੀ ਘਟਨਾ ਇੱਕ ਚੰਡੀਗੜ੍ਹ ਦੀ ਹੈ। ਇੱਕ ਸੱਜਣ ਨੇ ਜਿਹੜੀ ਮੈਂ 10 ਨੇ ਵੀਡੀਓ ਪਹਿਲਾਂ ਵੀ ਪਾਈ ਸੀ, ਉਹਦੇ ਵਿੱਚ ਆਪ ਦੇ ਨਾਲ ਸਾਂਝੀ ਕੀਤੀ ਸੀ ਕਿ ਕਿਵੇਂ ਇੱਕ ਸੱਜਣ ਜਿਹੜੇ ਸੀਗੇ ਉਹਨਾਂ ਦਾ ਜਿਹੜਾ ਪਰਿਵਾਰ ਜਾਂ ਉਹਨਾਂ ਦੇ ਪਰਿਵਾਰ ਦੇ ਜਿਹੜੇ ਲੜਕੇ ਸੀਗੇ ਉਹ ਉਹਨਾਂ ਦੀ ਸੇਵਾ ਕਰਨ ਦੀ ਬਜਾਏ ਉਹਨਾਂ ਨੂੰ ਅੰਦਰੋਂ ਇੰਨਾ ਕੇਅਰ ਨਹੀਂ ਸੀ ਕਰਦੇ, ਇੰਨਾ ਚੰਗਾ ਨਹੀਂ ਸੀ ਸਮਝਦੇ। ਉਹ ਸੱਜਣ ਆਪ ਦੱਸਦੇ ਸੀਗੇ ਕਿ ਮੇਰੀ ਫੌਜ ਦੇ ਵਿੱਚ ਬਹੁਤ ਵੱਡੀ ਪਦਵੀ ਹੋਣ ਦੇ ਕਾਰਨ ਜਿੱਥੇ ਉੱਥੇ ਮੇਰਾ ਇੱਜ਼ਤ ਮਾਣ ਸੀਗਾ, ਪਰ ਜਦੋਂ ਮੈਂ ਰਿਟਾਇਰ ਹੋ ਕੇ ਘਰ 'ਚ ਆਇਆ ਅਤੇ ਫਿਰ ਘਰ ਦੇ ਮੇਰੀ ਪੁੱਛਗਿੱਛ ਨਹੀਂ ਕੀਤੀ ਜਾਂ ਉਹ ਇੱਜ਼ਤ ਮੈਨੂੰ ਨਹੀਂ ਮਿਲੀ ਜਿਹੜੀ ਮੈਂ ਆਪਣੇ ਪਰਿਵਾਰ ਤੋਂ ਆਸ ਬਣਾ ਕੇ ਬੈਠਾ ਸੀ। ਇੱਕ ਵਾਰੀ ਫਿਰ ਸੱਜਣ ਦੱਸਦੇ ਆ ਕਿ ਜਦੋਂ ਮੈਂ ਬਿਮਾਰ ਹੋਇਆ ਅਤੇ ਮੈਨੂੰ ਮੇਰੇ ਜਿਹੜੇ ਲੜਕੇ ਸੀਗੇ ਕਹਿੰਦੇ ਵੀ ਉਹ ਹੌਸਪੀਟਲ ਲੈ ਗਏ। ਹੌਸਪੀਟਲ ਜਾਣ ਤੋਂ ਬਾਅਦ ਉਹਨੇ ਡਾਕਟਰ ਨੂੰ ਇਹ ਗੱਲ ਕਹਿ ਦਿੱਤੀ ਕਿ ਸਾਡੇ ਪਿਤਾ ਜੀ ਨੂੰ ਥੋੜ੍ਹੀ ਜਿਹੀ ਨੀਂਦ ਦੀ ਜਿਹੜੀ ਡੋਜ਼ ਹੈ ਥੋੜ੍ਹੀ ਜ਼ਿਆਦਾ ਲਾ ਦਿਓ ਤਾਂ ਜੋ ਅਸੀਂ ਥੋੜ੍ਹਾ ਜਿਹੜਾ ਘੁੰਮ ਫਿਰ ਕੇ ਆ ਸਕੀਏ। ਅਤੇ ਫਿਰ ਕਹਿੰਦੇ ਵੀ ਉਹ ਡਾਕਟਰ ਦੇ ਕਹੇ 'ਤੇ ਉੱਤੇ ਡਾਕਟਰ ਨੇ ਉਹਨੂੰ ਜਿਹੜੀ ਨੀਂਦ ਦੀ ਦਵਾ ਸੀਗੀ ਜਾਂ ਟੀਕਾ ਸੀਗਾ ਥੋੜ੍ਹਾ ਤੇਜ਼ ਲਾ ਦਿੱਤਾ। ਜਦੋਂ ਕਹਿੰਦੇ ਟੀਕਾ ਤੇਜ਼ ਲੱਗਾ ਅਤੇ ਬਸ ਉਹ ਜਿਹੜੇ ਸੱਜਣ ਸੀਗੇ ਉਹ ਇਸੇ ਹੀ ਟੀਕੇ ਦੇ ਬੇਸੁਰਤੀ ਦੇ ਵਿੱਚ ਜਿਹੜੇ ਸੀ ਉਹ ਇੱਥੋਂ ਪਰਲੋਕ ਸਿਧਾਰ ਗਏ। ਫਿਰ ਉਹ ਸੱਜਣ ਦੱਸਦੇ ਸੀ ਕਹਿੰਦੇ ਕਿ ਜਦੋਂ ਮੈਂ ਉੱਥੇ ਗਿਆ ਮੇਰੀ ਰੂਹ ਜਾਣੀ ਕਿ ਜਦੋਂ ਦਰਗਾਹ ਦੇ ਵਿੱਚ ਗਈ ਉੱਥੇ ਮੈਂ ਕੀ ਦੇਖਿਆ ਕਿ ਇੱਕ ਸਾਧੂ ਜਿਹੜਾ ਸੀਗਾ ਮੈਨੂੰ ਉਸ ਦਰਗਾਹ ਦੇ ਵਿੱਚ ਜਿਹੜਾ ਸੀਗਾ ਉਹ ਪਹਿਲਾਂ ਮੇਰੇ ਨਜ਼ਰ ਪਿਆ। ਉਹ ਸਾਧੂ ਕਹਿੰਦੇ ਉਹ ਸੀਗਾ ਜਿਹੜਾ ਬਚਪਨ ਦੇ ਵਿੱਚ ਸਾਡੇ ਪਿੰਡ ਆਉਂਦਾ ਸੀਗਾ। ਜਦੋਂ ਸਾਡੇ ਪਿੰਡ ਗਜਾ ਕਰਦਾ ਹੁੰਦਾ ਸੀ, ਪ੍ਰਸ਼ਾਦੇ ਦਾ ਜਿਹੜਾ ਸੀਗਾ ਉਹ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਹੁੰਦਾ ਸੀਗਾ ਅਤੇ ਮੈਂ ਉਹਦੇ ਇੱਟਾਂ ਬੱਟੇ ਮਾਰਦਾ ਹੁੰਦਾ ਸੀਗਾ। ਉਹ ਜਿਹੜਾ ਸਾਧੂ ਸੀਗਾ ਜਦ ਉਹ ਗਜਾ ਕਰਦਾ ਹੁੰਦਾ ਸੀ, ਮਧੂਕਰੀ ਕਰਦਾ ਹੁੰਦਾ ਸੀ ਅਤੇ ਕਹਿੰਦੇ ਮੈਂ ਉਹਦੇ ਇੱਟਾਂ ਪੱਥਰ ਜਾਂ ਬੱਟੇ ਢੀਮਾਂ ਮਾਰਨੀਆਂ। ਉਹ ਸਾਧੂ ਨੇ ਮੈਨੂੰ ਕੁਛ ਨਹੀਂ ਕਹਿਣਾ ਪਰ ਮੇਰੇ ਵੱਲ ਦੇਖਣਾ। ਪਰ ਕਹਿੰਦੇ ਦੇਖੋ ਇਹ ਘਟਨਾ ਜਿਹੜੀ ਸ਼ਰਾਰਤ ਸੀਗੀ ਮੇਰੇ ਬਚਪਨ ਦੀ ਸੀ। ਉਸ ਤੋਂ ਬਾਅਦ ਫਿਰ ਮੈਂ ਵੱਡਾ ਹੋਇਆ, ਫੌਜ 'ਚ ਭਰਤੀ ਹੋ ਗਿਆ, ਫਿਰ ਪਰਿਵਾਰਕ ਝਮੇਲੇ ਪੈ ਗਏ, ਫਿਰ ਐਡੀ ਵੱਡਾ ਜਿਹੜਾ ਰੈਂਕ ਸੀ ਉਹ ਫੌਜ ਦਾ ਮੈਨੂੰ ਪ੍ਰਾਪਤ ਹੋਇਆ, ਫਿਰ ਰਿਟਾਇਰ ਹੋ ਕੇ ਘਰ ਗਿਆ। ਹੁਣ ਜਦੋਂ ਮੇਰੀ ਜਿਹੜੀ ਰੂਹ ਸੀ ਉਹ ਦੁਬਾਰਾ ਜਿਹੜੀ ਸੀ ਉਸ ਦਰਗਾਹ ਦੇ ਵਿੱਚ ਗਈ ਆ ਅਤੇ ਉਹ ਹੀ ਜਿਹੜੇ ਸਾਧੂ ਸੀ ਮੈਨੂੰ ਦਰਗਾਹ ਦੇ ਵਿੱਚ ਮਿਲੇ। ਦੇਖੋ ਕਿੰਨੇ ਸਾਲ ਪਹਿਲੇ ਦੀ ਜਿਹੜੀ ਘਟਨਾ ਸੀ ਉਹਨਾਂ ਨੇ ਸਾਂਝੀ ਕੀਤੀ ਸੀ। ਪਰ ਕਹਿੰਦੇ ਜਦੋਂ ਸਾਧੂ ਮਿਲੇ ਤਾਂ ਮੈਂ ਦੇਖ ਕੇ ਦੰਗ ਰਹਿ ਗਿਆ ਅਤੇ ਮੈਂ ਪਹਿਲਾਂ ਜਾ ਕੇ ਸਾਧੂ ਦੇ ਚਰਨ ਫੜ ਲਏ ਕਿ ਮੈਨੂੰ ਮਾफ़ ਕਰ ਦਿਓ ਕਿ ਜਦੋਂ ਤੁਸੀਂ ਗਜਾ ਕਰਨ ਆਉਂਦੇ ਸੀ ਮੈਂ ਛੋਟਾ ਜਿਹਾ ਸੀਗਾ ਤਾਂ ਮੈਂ ਆਪ ਦੇ ਜਿਹੜੇ ਸੀ ਇੱਟਾਂ ਪੱਥਰ ਜਾਂ ਢੀਵਾਂ ਮਾਰਦਾ ਹੁੰਦਾ ਸੀ। ਉਹ ਸਾਧੂ ਕਹਿੰਦੇ ਮੁਸਕਰਾ ਪਿਆ ਕਹਿਣ ਲੱਗਾ ਕੋਈ ਗੱਲ ਨਹੀਂ, ਕਿਉਂਕਿ ਅਸੀਂ ਤੇਰੀ ਇਸ ਹਰਕਤ ਦੇ ਉੱਤੇ ਕਦੀ ਵੀ ਜਿਹੜਾ ਸੀ ਕਦੀ ਗੁੱਸਾ ਨਹੀਂ ਕੀਤਾ। ਇਸ ਕਰਕੇ ਉਹ ਸਾਧੂ ਕਹਿਣ ਲੱਗਾ ਚੱਲ ਤੂੰ ਇਸ ਤਰ੍ਹਾਂ ਕਰ ਮੇਰੇ ਨਾਲ ਚੱਲ। ਕਹਿੰਦੇ ਵੀ ਕਿ ਮੈਂ ਉਹ ਸਾਧੂ ਦੇ ਨਾਲ ਜਿਹੜਾ ਸੀਗਾ ਉਹ ਕਿਹਾ ਵੀ ਚਲੋ ਠੀਕ ਆ, ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੁੰਦੇ ਚਲੇ ਜਾਓ। ਉਹ ਕਹਿੰਦੇ ਜਿਹੜਾ ਸਾਧੂ ਸੀਗਾ ਕਹਿੰਦੇ ਉਹ ਮੈਨੂੰ ਗੁਰੂ ਨਾਨਕਪੁਰੀ ਲੈ ਗਿਆ ਆਪਣੇ ਤਪੋਬਲ ਦੇ ਨਾਲ। ਜਦੋਂ ਕਹਿੰਦੇ ਗੁਰੂ ਨਾਨਕਪੁਰੀ ਲੈ ਕੇ ਗਿਆ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਦੀਵਾਨ ਹੈਗਾ ਕਹਿੰਦੇ ਜਦ ਮੈਂ ਦੇਖਿਆ ਤਾਂ ਕਹਿੰਦੇ ਮੈਂ ਹੱਕਾ ਪੱਕਾ ਰਹਿ ਗਿਆ। ਉੱਥੇ ਜਾ ਕੇ ਕਹਿੰਦੇ ਵੀ ਉਹ ਸਾਧੂ ਨੇ ਤਾਂ ਮੈਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ ਅਤੇ ਟੇਕਦੇ ਸਾਰੀ ਕਹਿੰਦੇ ਉਹ ਸਾਧੂ ਬਾਬੇ ਨਾਨਕ ਨੂੰ ਕਹਿਣ ਲੱਗੇ ਕਿ ਤੁਸੀਂ ਆਹ ਜਿਹੜਾ ਸੱਜਣ ਹੈਗਾ ਮੇਰੇ ਨਾਲ ਹੁਣੇ ਮਰ ਕੇ ਜਿਹੜਾ ਹੈ ਮ੍ਰਿਤੂ ਲੋਕ ਤੋਂ ਇੱਥੇ ਆਇਆ ਹੈਗਾ ਇਹਨੂੰ ਮਾफ़ ਕਰ ਦਿਓ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਮੇਰੇ ਵੱਲ ਦੇਖ ਕੇ ਕਹਿਣ ਲੱਗੇ ਵੀ ਇਹਨੇ ਤਾਂ ਜਦੋਂ ਛੋਟਾ ਹੁੰਦਾ ਸੀਗਾ ਤੇਰੇ ਇੱਟਾਂ ਪੱਥਰ ਜਿਹੜੇ ਢੀਮਾਂ ਮਾਰੀਆਂ ਸੀਗੀਆਂ ਅਤੇ ਤੂੰ ਕਹਿੰਦਾ ਹੈ ਕਿ ਇਹਨੂੰ ਮਾफ़ ਕਰ ਦਿਓ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਅਗਰ ਇੱਟਾਂ ਪੱਥਰ ਢੀਮਾਂ ਮਾਰਦਾ ਵੀ ਆ ਸਾਧੂ ਕਹਿਣ ਲੱਗਾ ਅਤੇ ਮੈਨੂੰ ਕੋਈ ਗਿਲਾ ਨਹੀਂ ਸੀਗਾ ਕਿਉਂਕਿ ਇਹ ਬੱਚਾ ਸੀਗਾ ਅਤੇ ਇਸ ਕਰਕੇ ਕਹਿੰਦੇ ਤੁਸੀਂ ਇਸ ਤਰ੍ਹਾਂ ਕਿਰਪਾ ਕਰੋ ਇਹਨੂੰ ਮਾफ़ ਕਰ ਦਿਓ। ਕਹਿੰਦੀ ਇੰਨੀ ਗੱਲ ਹੋਈ ਤਾਂ ਸਾਧੂ ਦੇ 2-3 ਵਾਰੀ ਕਹਿਣ ਦੇ ਉੱਤੇ ਕਹਿੰਦੇ ਵੀ ਚਲੋ ਠੀਕ ਆ, ਪਹਿਲਾਂ ਅਸੀਂ ਇਹਦਾ ਵੇਹੀ ਖਾਤਾ ਦੇਖਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਉਸੇ ਟਾਈਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮਰਾਜ ਨੂੰ ਬੁਲਾਇਆ ਆਪਣੇ ਪਾਸ। ਜਦ ਧਰਮਰਾਜ ਕਹਿੰਦੇ ਆ ਕੇ ਸਾਹਮਣੇ ਪ੍ਰਗਟ ਹੋਇਆ
ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਰਮ ਰਾਜ ਨੂੰ ਆਖਿਆ ਕਿ ਆ ਜਿਹੜਾ ਪ੍ਰਾਣੀ ਹੈਗਾ, ਜਿਹੜਾ ਮ੍ਰਿਤੂ ਲੋਕ ਤੋਂ ਮੜ ਕੇ ਹੁਣੇ ਜਿਹੜਾ ਸਾਡੇ ਪਾਸ ਪਹੁੰਚਿਆ ਹੈਗਾ, ਇਹਦਾ ਬਈ ਖਾਤਾ ਦੇਖੋ ਕਿ ਇਹਨੇ ਸੰਸਾਰ ਦੇ ਵਿੱਚ ਕਿਹੋ ਜਿਹੇ ਕਰਮ ਕੀਤੇ ਆ। ਜਦੋਂ ਕਹਿੰਦੇ ਧਰਮਰਾਜ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬਈ ਖਾਤਾ ਰੱਖਿਆ ਤੇ ਕਹਿੰਦੇ ਜਦੋਂ ਬਈ ਖਾਤਾ ਖੋਲ੍ਹਿਆ ਗਿਆ, ਉਹ ਸੱਜਣ ਦੱਸਦੇ ਸੀਗੇ ਕਿ ਉਸ ਬਈ ਖਾਤੇ ਨੂੰ ਮੈਂ ਵੀ ਕਹਿੰਦੇ ਤੱਕਿਆ, ਜਦ ਕੀ ਦੇਖਿਆ ਉਹਦੇ ਸਾਰੇ ਕਾਗਜ਼ ਜਿਹੜੇ ਸੀਗੇ ਬਿਲਕੁਲ ਕਾਲੇ ਸੀਗੇ। ਕਹਿੰਦੇ ਜਿੰਨੇ ਵੀ ਪੱਤਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੋਲੇ ਸਾਰੇ ਪੱਤਰੇ ਕਾਲੇ ਸੀਗੇ। ਤੇ ਫਿਰ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਕਿ ਇਹਨੇ ਆਪਣੇ ਜੀਵਨ ਦੇ ਵਿੱਚ ਕੋਈ ਵੀ ਚੰਗਾ ਪਰਉਪਕਾਰ ਦਾ ਕੰਮ ਨਹੀਂ ਕੀਤਾ, ਕਦੀ ਵੀ ਕਹਿੰਦੇ ਰੱਬ ਦਾ ਨਾਮ ਜਿਹੜਾ ਸੀ ਉਹ ਦਿਲੋਂ ਨਹੀਂ ਜਪਿਆ, ਮਨੋਂ ਨਹੀਂ ਜਪਿਆ। ਜਦ ਕਹਿੰਦੇ ਇਹਦੇ ਸਾਰੇ ਹੀ ਜਿਹੜਾ ਬਈ ਖਾਤਾ ਹੈ ਬਿਲਕੁਲ ਖਾਲੀ ਆ, ਬਿਲਕੁਲ ਕਾਲੀ ਆ, ਕਿਉਂਕਿ ਇਹਨੇ ਕਾਲੇ ਕੰਮ ਕੀਤੇ। ਜਦ ਇੰਨੀ ਗੱਲ ਹੋਈ ਤਾਂ ਕਹਿੰਦੇ ਫਿਰ ਉਹ ਜਿਹੜੇ ਮਹਾਂਪੁਰਖ ਮੇਰੇ ਨਾਲ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਬਾਰ 'ਚ ਲੈ ਕੇ ਗਏ ਸੀ, ਕਹਿੰਦੇ ਬਾਬੇ ਨਾਨਕ ਨੂੰ ਕਹਿਣ ਲੱਗੇ ਚਲੋ ਕਹਿੰਦੇ ਕੁਛ ਵੀ ਹੋਵੇ ਪਰ ਤੁਸੀਂ ਕਿਰਪਾ ਕਰਿਓ ਇਹਨੂੰ ਮਾफ़ ਕਰ ਦਿਓ। ਜਦ ਕਹਿੰਦੇ ਉਹ ਤੀਜੀ ਵਾਰ ਸਾਧੂ ਨੇ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੂਹਰੇ ਹੱਥ ਜੋੜ ਕੇ ਬੇਨਤੀ ਕੀਤੀ। ਤੇ ਫਿਰ ਦੇਖੋ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਕਹਿਣ ਲੱਗੇ, ਕਹਿੰਦੇ ਦੇਖ ਤੂੰ ਇਸ ਸ਼ਖਸ ਦੇ, ਇਸ ਮਹਾਂਪੁਰਖਾਂ ਦੇ ਛੋਟਾ ਹੁੰਦਾ ਇੱਟਾਂ ਬੱਟੇ ਢੀਵਾਂ ਮਾਰਦਾ ਸੀਗਾ, ਤੇ ਇਹ ਤੇਰੀ ਬਖਸ਼ਿਸ਼ ਦੀ ਗੱਲ ਜਿਹੜੀ ਆ ਨਾ, ਤੈਨੂੰ ਬਖਸ਼ਾਉਣ ਦੀ ਗੱਲ ਕਹਿੰਦੇ ਬਾਰ-ਬਾਰ ਕਰ ਰਿਹਾ ਹੈ। ਫਿਰ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਤੇਰਾ ਜਿਹੜਾ ਸਮਾਂ ਸੀ, ਤੇਰੇ ਜਿਹੜੇ ਸਵਾਸ ਵਾ ਸਰੀਰ ਦੇ ਕਹਿੰਦੇ ਉਹ ਪੂਰੇ ਹੋ ਚੁੱਕੇ ਆ, ਪਰ ਅਸੀਂ ਤੈਨੂੰ ਕੁਛ ਟਾਈਮ ਜਿਹੜਾ ਹੈ ਨਾ ਆਧਾਰਾ ਦਿੰਦੇ ਆ, ਤੇ ਕਹਿੰਦੇ ਤੂੰ ਹੁਣ ਸੰਸਾਰ 'ਚ ਜਾ ਕੇ ਨਵੇਂ ਸਿਰਿਓਂ ਕੰਮ ਕਰ, ਪਰਉਪਕਾਰ ਦੇ ਕੰਮ ਕਰ, ਸੇਵਾ ਕਰ ਮਨੁੱਖਤਾ ਦੀ, ਵਾਹਿਗੁਰੂ ਦਾ ਨਾਮ ਭਜਨ ਸਿਮਰਨ ਕਰ। ਕਹਿੰਦੇ ਜਦੋਂ ਉਪਦੇਸ਼ ਬਾਬੇ ਨਾਨਕ ਨੇ ਮੈਨੂੰ ਦਿੱਤਾ ਤਾਂ ਕਹਿੰਦੇ ਮੈਂ ਹੱਥ ਜੋੜ ਕੇ ਬੜੀ ਨਿਮਰਤਾ ਭਾਵ ਦੇ ਨਾਲ ਸੁਣਦਾ ਰਿਹਾ। ਉਸ ਤੋਂ ਬਾਅਦ ਕਹਿੰਦੇ ਵੀ ਬਾਬੇ ਨਾਨਕ ਦੇ ਧਰਮਰਾਜ ਨੂੰ ਆਖਿਆ ਕਿ ਇਸ ਤਰ੍ਹਾਂ ਕਰੋ, ਇੱਕ ਜਿਹੜਾ ਨਵਾਂ ਬਈ ਖਾਤਾ ਹੈ ਕਹਿੰਦੇ ਵੀ ਲੈ ਕੇ ਆਓ। ਕਹਿੰਦੇ ਧਰਮਰਾਜ ਨੇ ਇੱਕ ਨਵਾਂ ਬਈ ਖਾਤਾ ਜਿਹੜਾ ਸੀਗਾ ਜਦੋਂ ਗੁਰੂ ਨਾਨਕ ਸਾਹਿਬ ਨੂੰ ਦਿੱਤਾ, ਤੇ ਬਾਬੇ ਨਾਨਕ ਨੇ ਕਹਿੰਦੇ ਮੇਰੇ ਸਾਹਮਣੇ ਜਿਹੜਾ ਪਹਿਲਾ ਬਈ ਖਾਤਾ ਸੀਗਾ, ਜਿਹੜਾ ਜਿਹਦੇ ਕਾਗਜ਼ ਬਿਲਕੁਲ ਕਾਲੇ ਸੀਗੇ, ਕਹਿੰਦੇ ਉਹ ਪਾੜ ਦਿੱਤਾ। ਜਦ ਕਹਿੰਦੇ ਉਹ ਪਾੜਿਆ ਹੈਗਾ, ਉਸ ਤੋਂ ਬਾਅਦ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਕਿ ਤੇਰਾ ਜਿਹੜਾ ਪੁਰਾਣਾ ਲੇਖਾ ਹੈ ਨਾ, ਉਹ ਸਾਰਾ ਅਸੀਂ ਜਿਹੜਾ ਹੈਗਾ ਉਹ ਤੈਨੂੰ ਮਾफ़ ਕਰ ਦਿੱਤਾ ਇਸ ਮਹਾਂਪੁਰਖਾਂ ਦੀ ਬਦੌਲਤ, ਪਰ ਹੁਣ ਤੂੰ ਸੰਸਾਰ 'ਚ ਦੁਬਾਰਾ ਜਾ ਤੇ ਚੰਗੇ ਕਰਮ ਕਰ, ਵਾਹਿਗੁਰੂ ਦਾ ਨਾਮ ਜਪ, ਸੇਵਾ ਕਰ ਮਨੁੱਖਤਾ ਦੀ, ਤੇ ਮਹਾਂਪੁਰਖਾਂ ਦੀ ਜਿਹੜੀ ਹੈ ਨਾ ਉਹ ਅਸੀਸਾਂ ਪ੍ਰਾਪਤ ਕਰ, ਸੰਸਾਰ ਦੇ ਵਿੱਚ ਚੰਗੀਆਂ ਅਸੀਸਾਂ ਪ੍ਰਾਪਤ ਕਰ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀਗੀ ਤਾਂ ਮੇਰੀ ਜਿਹੜੀ ਸੁਰਤ ਸੀਗੀ ਫਿਰ ਉਸ ਮੰਡਲ ਦੇ ਵਿੱਚ ਉਹ ਕਹਿੰਦੇ ਮੁੜ ਕੇ ਫਿਰ ਸਰੀਰ ਦੇ ਵਿੱਚ ਹੋਈ। ਤੇ ਜਦੋਂ ਕਹਿੰਦੇ ਮੈਨੂੰ ਸੁਰਤ ਆਈ, ਮੈਂ ਕੀ ਦੇਖਿਆ, ਮੈਂ ਉਸੇ ਹਸਪੀਟਲ 'ਚ ਸੀਗਾ ਤੇ ਸਾਰਾ ਪਰਿਵਾਰ ਜਿਹੜਾ ਸੀਗਾ ਮੇਰੇ ਆਲੇ ਦੁਆਲੇ ਖੜਾ ਸੀਗਾ। ਤੇ ਜਦੋਂ ਕਹਿੰਦੇ ਮੈਨੂੰ ਸੁਰਤ ਆਈ, ਸਾਰਾ ਪਰਿਵਾਰ ਦੇ ਮੇਰੇ ਲੜਕੇ ਮੈਨੂੰ ਕਹਿ ਰਹੇ ਸੀਗੇ ਕਿ ਪਿਤਾ ਜੀ ਤੁਸੀਂ ਮੇਰੇ ਨਾਲ ਰਹੋ। ਵੱਡਾ ਲੜਕਾ ਕਹਿ ਰਿਹਾ ਸੀ ਮੇਰੇ ਨਾਲ, ਛੋਟਾ ਗਬਲਾ, ਇਸ ਤਰ੍ਹਾਂ ਸਾਰਾ ਪਰਿਵਾਰ ਜਿਹੜਾ ਜ਼ੋਰ ਲਾ ਰਿਹਾ ਸੀ। ਕਹਿੰਦੇ ਮੈਂ ਹੈਰਾਨ ਸੀ, ਪਰ ਅੰਦਰੋਂ ਮੈਨੂੰ ਪਤਾ ਸੀਗਾ ਕਿ ਜਿਸ ਪਰਿਵਾਰ ਨੇ ਮੇਰੀ ਕਦੀ ਇੱਜ਼ਤ ਨਹੀਂ ਮਨੋ ਕੀਤੀ, ਆਪਣੀ ਐਸ਼ ਪ੍ਰਸਤੀ ਵੱਲ ਜ਼ਿਆਦਾ ਧਿਆਨ ਦਿੱਤਾ ਹੈਗਾ, ਤੇ ਮੈਨੂੰ ਉਹ ਸਤਿਕਾਰ ਨਹੀਂ ਦਿੱਤਾ, ਤੇ ਅੱਜ ਸਾਰੇ ਹੀ ਜਿਹੜੇ ਦਿਲੋਂ ਸਤਿਕਾਰ ਦੇਣ ਨੂੰ ਮੈਨੂੰ ਤਿਆਰ ਆ। ਪਰ ਕਹਿੰਦੇ ਮੈਂ ਸਮਝਿਆ ਸੀਗਾ ਕਿ ਸਾਰੀ ਜਿਹੜੀ ਕਿਰਪਾ ਹੈਗੀ ਆ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹੋਈ ਆ, ਜਿਨ੍ਹਾਂ ਨੇ ਮੈਨੂੰ ਦੁਬਾਰਾ ਜਿਹੜਾ ਜੀਵਨ ਦਿੱਤਾ। ਫਿਰ ਕਹਿੰਦੇ ਮੈਂ ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਦਿੱਤੀ ਸੀਗੀ ਕਿ ਮੈਂ ਅੱਜ ਤੋਂ ਬਾਅਦ ਕਿਸੇ ਵੀ ਪਰਿਵਾਰ ਦੇ ਜੀਅ ਦੇ ਨਾਲ ਜਿਹੜੀ ਹੈਗੀ ਉਹ ਸਾਂਝ ਨਹੀਂ ਰੱਖਣੀ। ਮੈਂ ਚੰਡੀਗੜ੍ਹ ਗੁਰਦੁਆਰੇ ਸਾਹਿਬ ਦੇ ਵਿੱਚ ਜਾਣਾ ਹੈਗਾ ਤੇ ਉੱਥੇ ਹੀ ਸੇਵਾ ਕਰਨੀ ਹੈ। ਜਿੰਨੀ ਵੀ ਮੈਨੂੰ ਜਿਹੜੀ ਸਰਕਾਰੀ ਪੈਨਸ਼ਨ ਫੌਜ ਦੀ ਮਿਲਦੀ ਆ ਉਹਦੇ ਵਿੱਚੋਂ ਇੱਕ ਵੀ ਪੈਸਾ ਮੈਂ ਆਪ ਨੂੰ ਨਹੀਂ ਦੇਣਾ ਹੈਗਾ। ਸਾਰੀ ਜਿਹੜੀ ਪੈਨਸ਼ਨ ਹੈਗੀ ਮੈਂ ਸੰਗਤ ਦੀ ਸੇਵਾ ਦੇ ਵਿੱਚ ਲਾਉਣੀ ਜਦ ਤੱਕ ਮੇਰੇ ਸਵਾਸ ਰਹਿਣਗੇ। ਉਹ ਸੱਜਣ ਇਸ ਤਰ੍ਹਾਂ ਕੀਤੀ, ਉਹਨਾਂ ਨੇ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਜਿਹੜੀ ਸੀ ਆਪਣੀ ਸਾਰੀ ਪੈਨਸ਼ਨ ਉਹ ਗੁਰੂ ਘਰ ਦੇ ਕਾਰਜਾਂ ਵਿੱਚ ਖਰਚ ਕੀਤੀ। ਉੱਥੇ ਹੀ ਜਿਹੜੀ ਹੈ ਨਾ ਆਪਣੀ ਜ਼ਿੰਦਗੀ ਦੇ ਬਾਕੀ ਜਿਹੜੇ ਸਵਾਸ ਸੀਗੇ ਉਹ ਖਰਚ ਕੀਤੇ, ਚੰਗੇ ਕਰਮ ਕੀਤੇ। ਤੇ ਇਹ ਜਿਹੜਾ ਦਰਗਾਹੀ ਹੁਕਮ ਸੀਗਾ ਕਿ ਅਸੀਂ ਤੈਨੂੰ ਦੁਆਰਾ ਭੇਜਦੇ ਹਾਂ, ਇੱਕ ਜਿਹੜੀ ਨਵੀਂ ਡਾਇਰੀ ਹੈ ਉਹ ਤੈਨੂੰ ਦਿੰਦੇ ਹਾਂ, ਤੇ ਇਹਦੇ ਕਾਗਜ਼ ਜਿਹੜੇ ਹੁਣ ਕਾਲੇ ਕਰਕੇ ਨਾ ਲਈ, ਚੰਗੇ ਕਰਮ ਕਰੀ ਤੇ ਕਾਲੇ ਲੇਖ ਲਿਖ ਕੇ ਆਪਣੀ ਡਾਇਰੀ 'ਚ ਨਾ ਲਈ। ਤਾਂ ਸੱਜਣ ਨੇ ਫਿਰ ਇਸੇ ਤਰ੍ਹਾਂ ਕੀਤਾ ਸੀਗਾ। ਇਸੇ ਤਰ੍ਹਾਂ ਇੱਕ ਪਟਿਆਲੇ ਦੀ ਘਟਨਾ ਹੈਗੀ ਆ, ਮਹਾਂਪੁਰਖ ਦੱਸਦੇ ਸੀਗੇ ਕਿ ਇੱਕ ਪਟਿਆਲੇ ਜਾਣੀ ਇੱਕ ਪਰਿਵਾਰ ਹੈਗਾ, ਉਸ ਪਰਿਵਾਰ ਦੇ ਵਿੱਚ ਜਿਹੜੀ ਬੀਬੀ ਆ ਉਹਦੇ 2 ਬੱਚੇ ਵੀ ਆ, ਤੇ ਪਰ ਬੀਬੀ ਦੀ ਜਿਹੜੀ ਰਹਿਤ ਬਹਿਤ ਆ ਜੋ ਮਰਜ਼ਾਦਾ ਸਿੱਖੀ ਦੀ ਉਹਦੇ ਵਿੱਚ ਬੀਬੀ ਉਹ ਪੂਰੀ ਉਤਰੀ ਆ, ਕਿਉਂਕਿ ਉਸ ਬੀਬੀ ਦੇ ਦਾੜੀ ਵੀ ਆ, ਪਰ ਜ਼ਿੰਦਗੀ ਵਿੱਚ ਉਸ ਬੀਬੀ ਨੇ ਆਪਣੀ ਕਦੀ ਵੀ ਜਿਹੜੀ ਹੈ ਨਾ ਉਹ ਚਿਹਰੇ ਦੀ ਕਦੀ ਵੀ ਸ਼ੇਪ ਨਹੀਂ ਕਰਾਈ। ਜਿਸ ਤਰ੍ਹਾਂ ਦੀ ਦਾੜੀ ਕੁਦਰਤੀ ਆ ਉਸ ਨੂੰ ਵਾਹਿਗੁਰੂ ਦਾ ਭਾਣਾ ਜਾਂ ਹੁਕਮ ਮੰਨ ਕੇ ਜਿਹੜੀ ਹੈਗੀ ਉਹ ਸੇਵਾ ਕਰਦੀ ਆ। ਇੱਕ ਵਾਰ ਦੱਸਦੇ ਕਿ ਉਹਦਾ ਜਿਹੜਾ ਪਤੀ ਸੀਗਾ ਘਰ ਵਾਲਾ ਅਚਨਚੇਤ ਬਿਮਾਰ ਹੋਇਆ ਤੇ ਉਹਨੂੰ ਪਟਿਆਲੇ ਜਿਹੜਾ ਸੀ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ। ਜਦ ਪਟਿਆਲੇ ਹਸਪੀਟਲ ਦਾਖਲ ਕਰਾਇਆ ਗਿਆ ਤੇ ਜਿਸ ਕਰਕੇ ਬਿਮਾਰੀ ਦੇ ਕਾਰਨ ਉਹਦੀ ਜਿਹੜੀ ਸੀਗੀ ਉਹ ਡੈਥ ਮੌਤ ਹੋ ਗਈ। ਜਦ ਉਸ ਦੇ ਪਤੀ ਦੀ ਜਿਹੜੀ ਸੀ ਉਹ ਡੈਥ ਹੋਈ ਉਸੇ ਹਸਪੀਟਲ 'ਚ, ਤੇ ਘਰ ਵਾਲਿਆਂ ਨੇ ਉਹਦੀ ਘਰ ਵਾਲੀ ਨੂੰ ਫੋਨ ਕੀਤਾ ਕਿ ਆਪ ਦਾ ਜਿਹੜਾ ਘਰ ਵਾਲਾ ਹੈਗਾ
ਉਹ ਬਿਮਾਰੀ ਦੀ ਜਿਹੜੀ ਮਾਰ ਹੈਗੀ ਉਹਨੂੰ ਨਾ ਝੱਲਦਾ ਹੋਇਆ ਜਿਹੜਾ ਸਰੀਰ ਛੱਡ ਗਿਆ, ਇਸ ਕਰਕੇ ਤੁਸੀਂ ਇੱਥੇ ਆ ਜਾਓ ਅਤੇ ਉਹਦੀ ਬੋਡੀ ਨੂੰ ਲੈ ਜਾਓ। ਕਹਿੰਦੇ ਨਹੀਂ ਕਹਿਣ ਦੀ ਢੇਰ ਸੀ ਕਿ ਤੋ ਘਰ ਵਾਲੀ ਜਿਹੜੀ ਸੀ ਉਹ ਦੌੜੀ ਉਸ ਹੌਸਪੀਟਲ 'ਚ ਗਈ। ਜਦ ਗਈ ਤੇ ਜਦ ਰੋਂਦੀ ਕਰਲਾਉਂਦੀ ਜਿਹੜੀ ਸੀ ਉੱਪਰਲੀ ਬਿਲਡਿੰਗ 'ਚ ਚੜ੍ਹਨ ਲੱਗੀ, ਅਤੇ ਜਿਹੜੀ ਰਸਤੇ ਵਿੱਚ ਸੀੜੀਆਂ ਪੌੜੀਆਂ ਸੀ, ਉਹ ਬੀਬੀ ਦੱਸਦੀ ਸੀ ਕਿ ਜਦੋਂ ਮੈਂ ਸੀੜੀਆਂ ਪੌੜੀਆਂ 'ਤੇ ਚੜ੍ਹਨ ਲੱਗੀ ਸੀ ਤਾਂ ਉਸੇ ਹੀ ਪੌੜੀਆਂ ਉੱਤੇ ਇੱਕ ਨਿਹੰਗ ਸਿੰਘ ਤਿਆਰ ਬਰ ਤਿਆਰ ਬੈਠੇ ਸੀਗੇ। ਅਤੇ ਕਹਿੰਦੇ ਮੈਨੂੰ ਰੋਂਦੀ ਨੂੰ ਚੜ੍ਹਦੀ ਨੂੰ ਦੇਖ ਕੇ ਉਹ ਪੁੱਛਣ ਲੱਗੇ, ਕਹਿੰਦੇ ਬੀਬਾ ਕੀ ਗੱਲ ਆ? ਕਹਿੰਦੇ ਮੈਂ ਉਹਨੂੰ ਦੱਸਿਆ ਕਿ ਮੇਰਾ ਜਿਹੜਾ ਪਤੀ ਹੈਗਾ ਉਹ ਆਪਣਾ ਸਰੀਰ ਛੱਡ ਗਿਆ ਹੈਗਾ, ਮੇਰੇ ਬੱਚੇ ਛੋਟੇ ਆ ਅਤੇ ਇਸ ਕਰਕੇ ਮੈਂ ਉਹਨਾਂ ਦੀ ਜਿਹੜੀ ਸਰੀਰ ਬੋਡੀ ਆ ਉਹਦੇ ਕੋਲ ਜਾ ਰਹੀ ਹਾਂ। ਕਹਿੰਦੇ ਇੰਨੇ ਕਹਿਣ ਦੀ ਡੇਰ ਆ, ਅਤੇ ਕਹਿੰਦੇ ਨਿਹੰਗ ਸਿੰਘ ਜਿਹੜੇ ਸੀ ਉੱਠ ਕੇ ਖੜ੍ਹ ਕੇ ਕਹਿਣ ਲੱਗੇ ਬੀਬਾ ਤੂੰ ਚਿੰਤਾ ਨਾ ਕਰ, ਤੂੰ ਇਸ ਤਰ੍ਹਾਂ ਕਰਕੇ ਉਸ ਬੀਬੀ ਦੇ ਸਰਾਣੇ ਜਾ ਕੇ ਰਹਿਰਾਸ ਸਾਹਿਬ ਦਾ ਪਾਠ ਕਰ। ਕਹਿੰਦੇ ਵੀ ਇੰਨੀ ਕਹਿਣ ਦੀ ਢੇਰ ਤਾਂ ਵਾਹਿਗੁਰੂ ਭਲੇ ਕਰੂਗਾ। ਕਹਿੰਦੇ ਇੰਨੀ ਕਹਿਣ ਦੀ ਢੇਰ ਸੀ ਤਾਂ ਮੈਂ ਵੀ ਕਹਿੰਦੇ ਨਿਹੰਗ ਸਿੰਘ ਦੀ ਇਹ ਗੱਲ ਸੁਣ ਕੇ ਅਚਰਜ ਰਹਿ ਗਈ, ਪਰ ਨਾਲ ਹੀ ਮੈਂ ਹੱਥ ਜੋੜੇ ਤਾਂ ਆਪਣਾ ਸਿਰ ਝੁਕਾਤਾ। ਜਦੋਂ ਕਹਿੰਦੇ ਮੈਂ ਗਈ ਹਾਂ ਆਪਣੇ ਘਰ ਵਾਲੇ ਦੇ ਕੋਲ, ਅਤੇ ਮੈਂ ਕੀ ਦੇਖਿਆ, ਮੇਰਾ ਘਰ ਵਾਲਾ ਜਿਹੜਾ ਸੀਗਾ ਉਹ ਬਿਲਕੁਲ ਸਰੀਰ ਛੱਡ ਚੁੱਕਾ ਸੀਗਾ। ਮੈਂ ਸਾਹਮਣੇ ਉਹਦੀ ਕੁਰਸੀ ਦੇ ਕੋਲ ਬੈਠ ਗਈ ਹਾਂ, ਅਤੇ ਮੈਂ ਜਾਂਦੀ ਨਹੀਂ ਨਿਹੰਗ ਸਿੰਘ ਦਾ ਜਿਹੜਾ ਹੁਕਮ ਬਚਨ ਸੀਗਾ ਮੰਨਿਆ, ਤਾਂ ਰਹਿਰਾਸ ਸਾਹਿਬ ਦਾ ਪਾਠ ਜਿਹੜਾ ਚਾਲੂ ਕਰ ਦਿੱਤਾ। ਪਾਠ ਕਹਿੰਦੇ ਜਦੋਂ ਸ਼ੁਰੂ ਕੀਤਾ ਤਾਂ ਜਦੋਂ ਕਹਿੰਦੇ ਸੋਧਰ ਦਾ ਜਿਹੜਾ ਸੀਗਾ ਉਹ ਬਾਣੀ ਸ਼ੁਰੂ ਹੋਈ ਆ ਕਿ ਸੋਧਰ ਤੇਰਾ ਕਿਹਾ ਸੋ ਕਰ ਕਿਹਾ, ਅਤੇ ਕਹਿੰਦੇ ਮੇਰੇ ਘਰ ਵਾਲਾ ਜਿਹੜਾ ਮਰਿਆ ਸੀਗਾ ਅਚਨਚੇਤ ਜੰਮੇ, ਐਵੇਂ ਕਹਿ ਲਓ ਕਿ ਉਹਦੀ ਰੂਹ ਜਿਹੜੀ ਸੀ ਵਾਪਸ ਸਰੀਰ 'ਚ ਆਈ ਆ, ਅਤੇ ਉਹ ਉਸ ਨੂੰ ਕਹਿੰਦੇ ਖਾਂਸੀ ਆਈ। ਜਦ ਖਾਂਸੀ ਆਈ ਤਾਂ ਕਹਿੰਦੇ ਵੀ ਮੈਂ ਹੈਰਾਨ ਹੋ ਗਈ, ਅਤੇ ਪਰ ਕਹਿੰਦੇ ਵੀ ਮੈਂ ਆਪਣਾ ਪਾਠ ਕਰਨਾ ਨਹੀਂ ਛੱਡਿਆ। ਉਸ ਤੋਂ ਬਾਅਦ ਕਹਿੰਦੇ ਮੇਰਾ ਘਰ ਵਾਲਾ ਜਿਹੜਾ ਸੀਗਾ ਉਹ ਥੋੜ੍ਹਾ ਟਾਈਮ ਉੱਠਿਆ, ਅਤੇ ਇਸ ਤਰ੍ਹਾਂ ਕਹਿੰਦੀ ਮੈਂ ਬਿਲਕੁਲ ਜਿਹੜੀ ਸੀ ਉਹ ਪਾਠ ਕਰਦੀ ਰਹੀ ਤਾਂ ਆਪਣੇ ਪਤੀ ਵੱਲ ਦੇਖਦੀ ਰਹੀ। ਅਤੇ ਕਹਿੰਦੀ ਮੇਰੀ ਪਾਠ ਕਰਦਿਆਂ ਮੇਰੇ ਘਰ ਵਾਲੇ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਜਦ ਉਲਟੀਆਂ ਆਈਆਂ ਅਤੇ ਜਿਹੜੀ ਹੋਸਪਿਟਲ ਦੀ ਚਿੱਟੀ ਬੈੱਡ ਸੀਗੀ, ਚਾਦਰ ਥੱਲੇ ਸੀਗੀ ਜਿਹੜੀ ਬੈੱਡ ਦੇ ਉੱਤੇ ਦਿੱਤੀ ਸੀ, ਉਹ ਵੀ ਕਹਿੰਦੀ ਉਸ ਉਲਟੀਆਂ ਨਾਲ ਭਰ ਗਈ। ਅਤੇ ਕਹਿੰਦੀ ਉਲਟੀਆਂ ਨਾਲ ਭਰ ਗਈ। ਮੈਂ ਇਸ ਤਰ੍ਹਾਂ ਕਹਿੰਦੀ ਪਾਠ ਕਰਦੀ ਜਦੋਂ ਰਹਿਰਾਸ ਸਾਹਿਬ ਦਾ ਸਾਰਾ ਪਾਠ ਸੰਪੂਰਨ ਹੋਇਆ, ਅਤੇ ਕਹਿੰਦੀ ਮੇਰਾ ਘਰ ਵਾਲੇ ਨੇ ਆਪਣਾ ਸਾਰਾ ਮੂੰਹ 'ਚ ਜਿਹੜਾ ਚਿਹਰਾ ਸੀਗਾ ਉਹ ਸਾਫ਼ ਕੀਤਾ। ਸਾਫ਼ ਕਰਕੇ ਮੈਨੂੰ ਕਹਿਣ ਲੱਗਾ ਕਿ ਭਗਵਾਨ ਨੇ ਉੱਠ ਚੱਲ ਘਰ ਨੂੰ ਚੱਲੀਏ। ਕਹਿੰਦੀ ਵੀ ਮੈਂ ਹੈਰਾਨ ਹੋ ਗਈ ਹਾਂ, ਅਤੇ ਵਾਹਿਗੁਰੂ ਦੇ ਸ਼ੁਕਰੀਆ ਦੇ ਵਿੱਚ ਕਹਿੰਦੀ ਕਿ ਮੈਂ ਇੰਨੀ ਭਿੱਜ ਗਈ ਸੀਗੀ ਕਿ ਮੈਂ ਦੱਸ ਨਹੀਂ ਸੀ ਸਕਦੀ। ਬਸ ਕਹਿੰਦੀ ਮੈਂ ਆਪਣੇ ਘਰ ਵਾਲੇ ਦੇ ਨਾਲ ਉੱਠੀ, ਉਹਨੂੰ ਉਠਾਇਆ, ਅਤੇ ਜਦ ਕਹਿੰਦੀ ਮੈਂ ਪੌੜੀਆਂ ਤੋਂ ਥੱਲੇ ਉਤਰਨ ਲੱਗੀ ਤਾਂ ਉੱਥੇ ਨਿਹੰਗ ਸਿੰਘ ਜਿਹੜਾ ਸੀਗਾ ਉਹ ਮੈਨੂੰ ਦਿਖਾਈ ਨਹੀਂ ਦਿੱਤਾ ਕਿ ਉਹ ਕਿੱਥੋਂ ਆਇਆ ਅਤੇ ਉਹਨੇ ਕਿਉਂ ਗੱਲ ਕੀਤੀ ਅਤੇ ਕਿੱਧਰ ਚਲਿਆ ਗਿਆ। ਪਰ ਕਹਿੰਦੀ ਉਸ ਤੋਂ ਬਾਅਦ ਅਸੀਂ ਘਰ ਆ ਗਏ। ਇੱਧਰੋਂ ਕਹਿੰਦੀ ਡਾਕਟਰਾਂ ਨੇ ਜਿਹੜੇ ਸੀ ਉਹ ਕਾਗਜ਼ ਪੱਤਰ ਜਿਹੜੇ ਡੈੱਡ ਬੋਡੀ ਦੇ ਸਾਰੇ ਤਿਆਰ ਕਰ ਦਿੱਤੇ। ਜਦੋਂ ਕਹਿੰਦੀ ਡੈੱਡ ਬੋਡੀ ਦੇ ਜਿਹੜੇ ਸਾਰੇ ਕਾਗਜ਼ ਪੱਤਰ ਤਿਆਰ ਕੀਤੇ, ਉਸ ਤੋਂ ਬਾਅਦ ਕਹਿੰਦੀ ਡਾਕਟਰਾਂ ਨੇ ਜਿਹੜਾ ਫੋਨ ਜਿਹੜਾ ਮੈਨੂੰ ਕੀਤਾ, ਜਦੋਂ ਫੋਨ ਕੀਤਾ ਤਾਂ ਮੈਨੂੰ ਕਹਿਣ ਲੱਗੇ ਵੀ ਤੁਸੀਂ ਕਿੱਥੇ ਆ? ਅਤੇ ਕਹਿੰਦੇ ਵੀ ਮੈਂ ਕਿਹਾ ਵੀ ਅਸੀਂ ਤਾਂ ਘਰ ਵਿੱਚ ਹਾਂ। ਅਤੇ ਕਹਿੰਦੀ ਉਹੀ ਫੋਨ ਜਿਹੜਾ ਸੀ ਉਹ ਮੇਰੇ ਘਰ ਵਾਲੇ ਨੇ ਚੱਕਿਆ। ਜਦੋਂ ਕਹਿੰਦੇ ਉਹ ਘਰ ਵਾਲੇ ਨੇ ਚੱਕਿਆ ਹੈ, ਅਤੇ ਡਾਕਟਰ ਕਹਿਣ ਲੱਗਾ ਕਿ ਤੁਸੀਂ ਕੌਣ ਬੋਲ ਰਹੇ ਹੋ? ਅਤੇ ਕਹਿੰਦੀ ਮੇਰਾ ਘਰ ਵਾਲਾ ਬੋਲਿਆ ਮੈਂ ਹੀ ਬੋਲ ਰਿਹਾ ਹੈ। ਡਾਕਟਰ ਹੈਰਾਨ ਹੋ ਗਿਆ, ਕਮਾਲ ਹੋ ਗਈ, ਤੂੰ ਤਾਂ ਸਾਡੇ ਜਿਹੜੇ ਹੌਸਪੀਟਲ ਦੇ ਵਿੱਚ ਐਡਮਿਟ ਸੀਗਾ, ਤੇਰੀ ਡੈਥ ਹੋ ਗਈ ਸੀ, ਤੂੰ ਕਹਿੰਦਾ ਹੈਗਾ ਕਿ ਮੈਂ ਘਰੋਂ ਬੋਲ ਰਿਹਾ ਹੈ, ਤੂੰ ਕਿਵੇਂ ਬੋਲ ਰਿਹਾ ਹੈ? ਉਹ ਕਹਿਣ ਲੱਗਾ ਕਿ ਇਹ ਗੱਲ ਠੀਕ ਆ ਕਿ ਮੈਂ ਐਡਮਿਟ ਸੀਗਾ ਅਤੇ ਮੇਰੀ ਮੌਤ ਹੋ ਗਈ ਸੀ, ਪਰ ਮੈਂ ਹੁਣ ਜਿੰਦਾ ਹੋ ਗਿਆ ਅਤੇ ਮੈਂ ਹੁਣ ਘਰੋਂ ਹੀ ਬੋਲ ਰਿਹਾ ਹੈਗਾ। ਇਹ ਸੁਣ ਕੇ ਡਾਕਟਰ ਬੜੇ ਚੰਬੇ 'ਚ ਪੈ ਗਏ। ਉਹ ਕਹਿਣ ਲੱਗੇ ਅਸੀਂ ਤਾਂ ਤੇਰੇ ਜਿਹੜੇ ਸੀ ਡੈੱਡ ਬੋਡੀ ਦੇ ਸਾਰੇ ਕਾਗਜ਼ ਪੱਤਰ ਤਿਆਰ ਕਰ ਦਿੱਤੇ ਆ, ਅਤੇ ਤੂੰ ਘਰ ਕਿਵੇਂ ਪਹੁੰਚ ਗਿਆ? ਪਰ ਇਸੇ ਗੱਲ ਕਰਕੇ ਡਾਕਟਰ ਜਿਹੜਾ ਸੀ ਉਸੇ ਟਾਈਮ ਨੱਠਾ ਉਹਨਾਂ ਦੇ ਘਰ ਗਿਆ। ਜਦ ਕੀ ਦੇਖਿਆ, ਉਹ ਜਿਹੜਾ ਸ਼ਖਸ ਸੀ ਘਰ ਵਿੱਚ ਬੜੇ ਆਰਾਮ ਦੇ ਨਾਲ ਬੈਠਾ ਹੋਇਆ ਸੀਗਾ। ਉਹ ਫਿਰ ਡਾਕਟਰ ਨੇ ਪੁੱਛਿਆ ਵੀ ਇਹ ਕਿਵੇਂ ਹੋ ਗਿਆ? ਫਿਰ ਉਹਨੇ ਦੱਸਿਆ ਕਿ ਵੀ ਇਹ ਗੱਲ ਬਿਲਕੁਲ ਤੁਹਾਡੀ ਠੀਕ ਆ ਕਿ ਮੈਂ ਜਾਣੀ ਕਿ ਸੰਸਾਰ ਦੇ ਨਜ਼ਰ ਦੇ ਵਿੱਚ ਬਿਲਕੁਲ ਮਰ ਚੁੱਕਾ ਸੀਗਾ, ਪਰ ਜਦ ਮੇਰੀ ਰੂਹ ਜਿਹੜੀ ਦਰਗਾਹ 'ਚ ਗਈ ਆ, ਉਸ ਟਾਈਮ ਕਹਿੰਦੇ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਵਾਲੇ ਪਿਤਾ ਨੇ ਕਹਿੰਦੇ ਪ੍ਰਤੱਖ ਦਰਸ਼ਨ ਦਿੱਤੇ, ਅਤੇ ਦੇ ਕੇ ਕਹਿੰਦੇ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ ਜਿਹੜਾ ਸੀਗਾ ਉਹ ਕਿਵੇਂ ਆ ਗਿਆ? ਕਹਿੰਦੇ ਮੈਂ ਕਿਹਾ ਹੈਰਾਨ ਕਿ ਮੈਂ ਆਪ ਤਾਂ ਆਇਆ ਨਹੀਂ, ਆਪ ਜੀ ਦਾ ਹੁਕਮ ਸੀ ਤਾਂ ਮੈਂ ਸਰੀਰ ਛੱਡ ਕੇ ਮੇਰੀ ਰੂਹ ਜਿਹੜੀ ਹੈਗੀ ਉਹ ਆਪ ਜੀ ਦੇ ਚਰਨਾਂ ਵਿੱਚ ਆ ਗਈ ਆ। ਅਤੇ ਫਿਰ ਕਹਿੰਦੇ ਕਲਗੀਧਰ ਪਿਤਾ ਕਹਿਣ ਲੱਗੇ ਕਿ ਤੇਰੇ ਜਿਹੜੇ ਪਿਤਾ ਜੀ ਸੀ ਉਹਨਾਂ ਨੇ ਆਪਣੇ ਦਸਵੰਧ ਦਾ 3 ਲੱਖ ਰੁਪਈਆ ਜਿਹੜਾ ਸੀਗਾ ਉਹ ਤੇਰੇ ਨਾਂ 'ਤੇ ਜਮ੍ਹਾਂ ਕੀਤਾ ਹੋਇਆ। ਤੂੰ ਇਸ ਤਰ੍ਹਾਂ ਕਰ, ਦੁਬਾਰਾ ਜਿਹੜਾ ਹੈਗਾ ਉਸ ਸੰਸਾਰ ਦੇ ਵਿੱਚ ਜਾ, ਅਤੇ ਇਹ ਜਿਹੜਾ 3 ਲੱਖ ਰੁਪਈਆ ਤੇਰੇ ਪਿਤਾ ਜੀ ਦਾ ਦਸਵੰਧ ਦਾ ਹੈਗਾ ਇਸ ਨੂੰ ਸੰਸਾਰ ਦੇ ਭਲੇ ਕਾਰਜ ਵਾਸਤੇ ਜਿਹੜਾ ਉਹ ਖਰਚ ਕੇ ਆ। ਕਹਿੰਦੇ ਇੰਨੀ ਗੱਲ ਹੋਈ ਤਾਂ ਮੈਂ ਹੈਰਾਨ ਹੋ ਗਿਆ। ਮੈਂ ਫਿਰ ਕਲਗੀਧਰ ਪਿਤਾ ਨੂੰ ਦੱਸਿਆ ਕਿ ਦੱਸੋ ਮੈਂ ਕਿਵੇਂ ਖਰਚ ਕਰਾਂ? ਅਤੇ ਕਹਿੰਦੇ ਫਿਰ ਦਸ਼ਮੇਸ਼ ਪਿਤਾ ਜੀ ਨੇ ਮੈਨੂੰ ਇਹ ਆਖਿਆ ਸੀਗਾ ਕਿ ਉੱਥੇ ਜਿਸ ਵੀ ਜਗ੍ਹਾ ਦੇ ਉੱਤੇ ਅੰਮ੍ਰਿਤ ਸੰਚਾਰ ਹੋਵੇਗਾ ਉਸ ਜਗ੍ਹਾ 'ਤੇ ਜਾ ਕੇ ਤੂੰ ਜਿਹੜੇ ਇਹ ਸਾਰੇ ਕਕਾਰ ਹੈਗੇ ਆ, ਇਹ ਕਕਾਰ ਜਿਹੜੇ ਹੈਗੇ ਉਹ ਸੰਗਤਾਂ ਦੇ ਵਾਸਤੇ ਲੈ ਕੇ ਜਾ, ਤਾਂ ਜੋ ਸੰਗਤਾਂ ਜਿਹੜੀਆਂ ਗੁਰੂ ਘਰ ਦਾ ਅੰਮ੍ਰਿਤ ਛਕ ਕੇ ਉਹ ਬਾਬੇ ਨਾਨਕ ਦੀ ਖੁਸ਼ੀ ਨੂੰ ਹਾਸਲ ਕਰ ਸਕਣ।
ਕਹਿੰਦੇ ਇੰਨੀ ਗੱਲ ਹੋਈ ਹੈ। ਤੇ ਮੈਂ 7 ਵਜੇ ਨਾਲ ਆਖਿਆ, ਹੱਥ ਜੋੜਿਆ, ਤੇ ਕਹਿੰਦੇ ਜਦੋਂ ਮੈਨੂੰ ਸੁਰਤ ਆਈ ਤਾਂ ਮੈਂ ਮੇਰੀ ਜਿਹੜੀ ਰੂਹ ਸੀ ਉਹ ਦੁਬਾਰਾ ਫਿਰ ਕਹਿੰਦੇ ਸਰੀਰ ਵਿੱਚ ਆਈ। ਜਦ ਕਹਿੰਦੇ ਦੁਬਾਰਾ ਫਿਰ ਮੇਰੀ ਰੂਹ ਸਰੀਰ ਦੇ ਵਿੱਚ ਆ ਗਈ ਸੀਗੀ। ਉਸ ਤੋਂ ਬਾਅਦ ਕਹਿੰਦੇ ਫਿਰ ਮੈਂ ਜੇ ਆਪਣੀ ਕਾਪੀ ਦੇਖੀ ਕਿ ਵਾਕਿਆ ਮੇਰੇ ਪਿਤਾ ਜੀ ਦੇ ਜਿਹੜੇ ਆ ਉਹ ਦਸਵੰਧ ਦੇ ਪੈਸੇ ਇਸ ਕਾਪੀ ਵਿੱਚ ਪਏ ਆ। ਪਰ ਕਹਿੰਦੇ ਫਿਰ ਜਦੋਂ ਖੰਨੇ ਜਿਹੜਾ ਸੀਗਾ ਸਿੰਘ ਸਭਾ ਗੁਰਦੁਆਰਾ ਖੰਨੇ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੋਇਆ ਸੀਗਾ ਤੇ ਉੱਥੇ 1100 ਤੋਂ ਵੱਧ ਪ੍ਰਾਣੀਆਂ ਨੇ ਅੰਮ੍ਰਿਤ ਛਕਾਇਆ ਸੀਗਾ। ਉਸ ਤੋਂ ਬਾਅਦ ਫਿਰ ਮੈਂ ਇਸੇ ਹੀ ਆਪਣੇ ਪਿਤਾ ਦੇ ਦਸਵੰਧ ਦੇ ਵਿੱਚੋਂ ਜਿੰਨੇ ਵੀ ਜਿਹੜੇ ਕਕਾਰ ਸੀਗੇ ਸੰਗਤ ਦੇ ਵਾਸਤੇ ਉਹ ਸਾਰੇ ਹੀ ਜਿਹੜੇ ਸੀਗੇ ਉੱਥੇ ਫ੍ਰੀ ਸੇਵਾ ਦੇ ਵਿੱਚ ਜਿਹੜੇ ਸੀਗੇ ਗੁਰਦੁਆਰਾ ਸਿੰਘ ਸਭਾ ਜਿਹੜੇ ਉਹ 5 ਪਿਆਰਿਆਂ ਨੂੰ ਜਿਹੜੇ ਸੀਗੇ ਉਹ ਦੇ ਕੇ ਆਇਆ ਸੀਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜਾ ਦਰਗਾਹੀ ਹੁਕਮ ਹੈ ਕਿ ਤੁਸੀਂ ਸੰਸਾਰ 'ਚ ਜਾਵੋ ਅਤੇ ਉੱਥੇ ਜਾ ਕੇ ਤੁਹਾਡੇ ਪਿਤਾ ਦਾ ਜਿਹੜਾ ਦਸਵੰਧ ਹੈਗਾ ਉਹਦੇ ਕਕਾਰ ਲੈ ਕੇ ਤਾਂ ਜਿੱਥੇ ਵੀ ਜਿਹੜੇ ਉਹ 5 ਪਿਆਰੇ ਅੰਮ੍ਰਿਤ ਛਕਾਉਂਦੇ ਆ ਅਤੇ ਉਹ ਅੰਮ੍ਰਿਤ ਛਕਣ ਵਾਲੇ ਜਿਹੜੇ ਅਭਿਲਾਸ਼ੀ ਸੱਜਣ ਹੈਗੇ ਆ ਉਹਨਾਂ ਦੀ ਜਿਹੜੀ ਹੈ ਨਾ ਸੇਵਾ ਦੇ ਵਿੱਚ ਕਹਿੰਦੇ ਤੁਸੀਂ ਭੇਟ ਕਰੋ। ਇਹ ਹੈ ਜਾਣੀ ਦਰਗਾਹੀ ਹੁਕਮ ਜਿਹੜਾ ਮੌਤ ਤੋਂ ਬਾਅਦ ਵੀ ਸਾਨੂੰ ਗੁਰੂ ਸਾਹਿਬ ਜਿਹੜੇ ਹੈਗੇ ਆ ਕੋਈ ਐਸੀਆਂ ਰੂਹਾਂ ਹੈਗੀਆਂ ਜਿਹੜੀਆਂ ਇਸ ਸੰਸਾਰ ਦੇ ਵਿੱਚ ਜਾਣ ਤੋਂ ਬਾਅਦ ਦੁਬਾਰਾ ਫਿਰ ਸਰਜੀਤ ਹੋਈਆਂ। ਉਹਨਾਂ ਨੇ ਆ ਕੇ ਜੋ ਉਸ ਦਰਗਾਹ ਦੇ ਵਿੱਚ ਉਹਨਾਂ ਦੇ ਨਾਲ ਹੱਡ ਬੀਤੀਆਂ ਘਟਨਾਵਾਂ ਜਿਹੜੀਆਂ ਸੀਗੀਆਂ ਉਹ ਹੋਈਆਂ ਹੈਗੀਆਂ, ਉਹਨਾਂ ਨੇ ਆ ਕੇ ਫਿਰ ਸੰਗਤ ਦੇ ਵਿੱਚ ਸਾਂਝੀਆਂ ਕੀਤੀਆਂ। ਇਸ ਤੋਂ ਪਤਾ ਲੱਗਦਾ ਹੈਗਾ ਕਿ ਜਿਹੜਾ ਦਰਗਾਹੀ ਹੁਕਮ ਹੈ ਉਹ 2 ਤਰ੍ਹਾਂ ਦਾ ਹੈ। ਇੱਕ ਤਾਂ ਮਹਾਂਪੁਰਖ ਉਹ ਹੁੰਦੇ ਆ ਜਦੋਂ ਉਹ ਸਮਾਧੀ ਵਿੱਚ ਬੈਠਦੇ ਆ ਤਾਂ ਉਸ ਟਾਈਮ ਆਪ ਗੁਰੂ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਅਤੇ ਗੱਲਬਾਤ ਕਰਕੇ ਉਹਨਾਂ ਨੂੰ ਜੋ ਵੀ ਕਾਰਜ ਬਖਸ਼ਦੇ ਆ ਉਹਨਾਂ ਨੂੰ ਉਹ ਸੰਗਤ ਦੇ ਵਿੱਚ ਸਾਂਝਾ ਕਰਦੇ ਆ। ਪਰ ਕਈ ਐਸੀਆਂ ਵੱਡੇ ਭਾਗਾਂ ਵਾਲੀਆਂ ਰੂਹਾਂ ਹੈਗੀਆਂ ਜਿਹੜੀਆਂ ਸਰੀਰ ਛੱਡਣ ਤੋਂ ਬਾਅਦ ਦਰਗਾਹ 'ਚ ਜਾਂਦੀਆਂ ਅਤੇ ਚੰਗੇ ਭਾਗਾਂ ਕਰਕੇ ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਅਤੇ ਕਲਗੀਧਰ ਪਿਤਾ ਜੀ ਦੇ ਦਰਸ਼ਨ ਹੁੰਦੇ ਆ ਅਤੇ ਉੱਥੇ ਜੋ ਹੁਕਮ ਹੁੰਦਾ ਕਿ ਦੁਬਾਰਾ ਸੰਸਾਰ ਵਿੱਚ ਆ ਕੇ ਆਹ ਕੰਮ ਕਰਨਾ ਹੈ ਤਾਂ ਉਹ ਸੱਜਣ ਫਿਰ ਦੁਬਾਰਾ ਫਿਰ ਆਧਾਰੇ ਸਵਾਸ ਲੈ ਕੇ ਸੰਸਾਰ 'ਚ ਆਉਂਦੇ ਆ ਅਤੇ ਪਰਉਪਕਾਰ ਦਾ ਕੰਮ ਕਰਦੇ। ਇਸ ਤਰ੍ਹਾਂ ਇੱਕ ਨਹੀਂ ਅਨੇਕਾਂ ਹੀ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਅਸੀਂ ਦੇਖਦੇ ਹਾਂ ਕਿ ਇਸ ਸਿੱਖ ਜੱਗ ਦੇ ਵਿੱਚ ਵਾਪਰਦੀਆਂ ਹੈਗੀਆਂ। ਸੋ ਦਾਸ ਆਪ ਜੀ ਦੇ ਨਾਲ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।